Students, let's talk about the example of bus conductor who is actually contradictory, totally opposite to the liftman. ਇੰਨਾ ਕੁ ਜ਼ਿਆਦਾ opposite ਕਿ he was so humble, so kind towards his passengers. बहुत ही खुशनुमा माहौल ਬਣਾਉਣ ਵਾਲਾ, ਬਹੁਤ ਹੀ ਅੱਛਾ, ਹੈਲਪਫੁਲ। ਕਿੱਦਾਂ ਸ਼ੋ ਹੁੰਦਾ ਇਹ? ਤਾਂ ਗੱਲ ਕਰੀਏ ਉਸ ਦੀ ਸਟੋਰੀ ਦੀ, ਜਿਸ ਤੋਂ ਉਸਦੀ ਇਹ ਕਾਈਂਡਨੈਸ ਸਾਹਮਣੇ ਆਉਂਦੀ ਹੈ, ਕਰਟਸੀ ਸਾਹਮਣੇ ਆ ਰਹੀ ਹੈ। ਉਹ ਇਹ ਸੀ ਕਿ ਇੱਕ ਦਿਨ ਕੀ ਹੁੰਦਾ, ਰਾਈਟਰ ਨੇ ਇਹ ਜੀ ਗਾਰਡੀਨਰ ਹੈ, ਉਹਨਾਂ ਨੇ ਜਾਣਾ ਹੁੰਦਾ ਕਿਤੇ, ਐਂਡ ਹੀ ਟਰੈਵਲ ਥਰੂ ਬੱਸ। ਉਹ ਬੱਸ 'ਚ ਜਾ ਕੇ ਬੈਠ ਜਾਂਦੇ ਨੇ, ਔਰ ਜਦੋਂ ਬੱਸ ਚੱਲ ਪੈਂਦੀ ਹੈ ਤਾਂ ਉੱਧਰੋਂ ਕੰਡਕਟਰ ਅਕਸਰ ਆਉਂਦਾ ਹੀ ਹੁੰਦਾ, ਆਪ ਤੁਸੀਂ ਵੀ ਜਾਣਦੇ ਹੋ। ਤਾਂ ਉਹ ਆ ਕੇ ਰਾਈਟਰ ਨੂੰ ਕਹਿੰਦਾ, ਟਿਕਟ ਪਲੀਜ਼, ਟਿਕਟ ਲੈ ਲਓ। ਰਾਈਟਰ ਚੈੱਕ ਕਰਦੇ ਆ ਆਪਣੀ ਪੋਕਟਸ, ਐਂਡ ਹੀ ਫਾਊਂਡ ਦੈਟ ਹੀ ਫੋਰਗੇਟ ਹਿਜ਼ ਵਾਲਟ, ਹਿਜ਼ ਪਰਸ ਐਟ ਹੋਮ। ਤਾਂ ਉਹਦੇ ਕੋਲ ਕੋਈ ਮਨੀ ਨਹੀਂ, ਘਬਰਾ ਜਾਂਦੇ ਨੇ। ਆਪਾਂ ਵੀ ਅਗਰ ਇੱਦਾਂ ਹੋਵੇ ਆਪਣੇ ਨਾਲ ਘਬਰਾ ਜਾਂਦੇ, ਅਕਸਰ ਹੁੰਦਾ ਰਹਿੰਦਾ ਏ। ਛੋਟੀਆਂ ਛੋਟੇ ਇੰਸੀਡੈਂਟਸ ਨੇ ਜਿਨ੍ਹਾਂ ਪਿੱਛੇ ਐਵੇਂ ਰੌਲਾ ਹੱਲਾ ਪੈ ਜਾਂਦਾ, ਜਦੋਂ ਕਿ ਸੌਰਟ ਆਊਟ ਹੋ ਸਕਦੀਆਂ ਇਹ ਪ੍ਰੋਬਲਮਸ। ਕਿੱਦਾਂ ਦੇਖੋ, ਤਾਂ ਇਸ 'ਤੇ ਕੀ ਹੁੰਦਾ, ਤੁਹਾਨੂੰ ਕੀ ਲੱਗਦਾ ਕੀ ਹੋਏਗਾ? ਜਨਰਲੀ ਤਾਂ ਇਹੀ ਆਪਾਂ ਸੋਚਦੇ ਹਾਂ ਕਿ ਬੱਸ ਕੰਡਕਟਰ ਭੜਕ ਗਿਆ ਹੋਊਗਾ, ਉਹਨਾਂ ਨੂੰ ਵੀ ਬੱਸ ਤੋਂ ਬਾਹਰ ਲਾਈਕ ਲਿਫਟਮੈਨ ਕੱਢਤਾ ਹੋਏਗਾ। ਇੱਦਾਂ ਕੁਛ ਨਹੀਂ ਹੁੰਦਾ। ਇਹੀ ਸਟਰੇਂਜ ਥਿੰਗ ਹੈ ਬੱਸ ਕੰਡਕਟਰ ਦੇ ਬਾਰੇ ਕਿ ਉਹ ਇੰਨਾ ਹੈਲਪਫੁਲ ਸਾਬਿਤ ਹੋਇਆ। ਉਸਨੇ ਕੀ ਕਿਹਾ, ਰਾਈਟਰ ਨੇ ਉਹਨਾਂ ਨੂੰ ਸਿੱਧਾ ਕਹਿਤਾ, ਜਦੋਂ ਉਹਨਾਂ ਨੂੰ ਪਤਾ ਚੱਲਿਆ ਕਿ ਉਹ ਆਪਣੇ ਪੈਸੇ ਘਰ ਭੁੱਲੇ, ਕਹਿੰਦੇ ਆਈ ਕਾਂਟ ਪੇ ਦਾ ਫੇਅਰ, ਆਈ ਫੋਰਗੋਟ ਮਾਈ ਪਰਸ। ਤਾਂ ਓਨੈਸਟਲੀ ਉਹਨਾਂ ਨੇ ਕਬੂਲ ਕਰ ਲਿਆ ਕਿ ਮੈਂ ਆਪਣਾ ਪਰਸ ਜੀ ਘਰ ਭੁੱਲਿਆ ਆ, ਮੇਰੇ ਕੋਲ ਪੈਸੇ ਨਹੀਂ, ਕਿਰਾਇਆ ਨਹੀਂ ਦੇ ਸਕਦਾ, ਤਾਂ ਤੁਸੀਂ ਇੱਦਾਂ ਕਰੋ, ਬੱਸ ਰੋਕੋ ਅਤੇ ਮੈਂ ਚਲਿਆ ਜਾਂਦਾ ਬੱਸ 'ਚ। ਤਾਂ ਅੱਗੇ ਕੀ ਹੁੰਦਾ, ਬੱਸ ਕੰਡਕਟਰ ਦਾ ਜੋ ਬਿਹੇਵੀਅਰ ਰਿਹਾ ਉੱਥੇ ਬਹੁਤ ਹੀ ਹੈਲਪਫੁਲ। ਉਹ ਕਹਿੰਦੇ, ਓਹ ਯੂ ਨੀਡਨਟ ਗੈਟ ਆਫ, ਕੋਈ ਲੋੜ ਨਹੀਂ ਬੱਸ 'ਚੋਂ ਬਾਹਰ ਜਾਣ ਦੀ, ਦੈਟਸ ਆਲ ਰਾਈਟ, ਇਟਸ ਓਕੇ, ਕਹਿੰਦਾ ਬੈਠਾ ਰਹਿ। ਟਿਕਟ ਵੀ ਦੇ ਦਿੰਦਾ ਉਹਨੂੰ ਚੁੱਪਚਾਪ ਸਮਾਈਲਿੰਗ ਫੇਸ ਦੇ ਨਾਲ, ਔਰ ਉਹਨਾਂ ਦੀ ਜੋ ਪੂਰੀ ਟਿਕਟ ਦਾ ਪੈਸਾ ਹੁੰਦਾ, ਜੋ ਫੇਅਰ ਬਣਦਾ, ਕਿਰਾਇਆ ਬਣਦਾ, ਉਹ ਆਪਣੇ ਕੋਲੋਂ ਪਾ ਦਿੰਦਾ, ਅਤੇ ਜਾਂਦਾ ਜਾਂਦਾ ਕਹਿ ਜਾਂਦਾ ਕਿ ਅਗਰ ਦੁਬਾਰਾ ਮਿਲੇ ਆਪਾਂ ਤਾਂ ਨੈਕਸਟ ਮੀਟ 'ਤੇ ਮੈਂ ਤੁਹਾਡੇ ਤੋਂ ਇਹ ਕਿਰਾਇਆ ਲੈ ਲੂँਗਾ, ਇਟਸ ਓਕੇ, ਇਟਸ ਆਲ ਰਾਈਟ, ਨੋ ਨੀਡ ਟੂ ਵਰੀ। ਤੋ ਰਿਲੈਕਸਡ ਕਰ ਦਿੰਦਾ ਉਹ ਆਪਣੀ ਇੱਕ ਸਮਾਈਲ, ਇੱਕ ਇਸ ਇੰਨੀ ਛੋਟੀ ਜਿਹੀ ਹੈਲਪਫੁਲ ਬਿਹੇਵੀਅਰ ਦੇ ਨਾਲ, ਆਪਣੀ ਕਰਟਸੀ ਦੇ ਨਾਲ ਰਾਈਟਰ ਨੂੰ ਕੋਈ ਹੱਲਾ ਨਹੀਂ, ਕੁਛ ਨਹੀਂ, ਆਰਾਮ ਨਾਲ ਰਾਈਟਰ ਬੈਠ ਜਾਂਦਾ ਔਰ ਉਹ ਆਪਣੇ ਕੰਮ 'ਤੇ ਚਲਾ ਜਾਂਦਾ। ਫਿਰ ਵੀ ਰਾਈਟਰ ਆਪਣੀਆਂ ਪੋਕਟਸ ਚੈੱਕ ਕਰਦਾ ਕਿ ਸ਼ਾਇਦ ਕੁਛ ਨਿਕਲ ਆਵੇ, ਔਰ ਉਹਨੂੰ ਮਿਲ ਵੀ ਜਾਂਦਾ, ਔਰ ਕੁਛ ਪੈਸੇ ਮਿਲ ਜਾਂਦੇ ਨੇ। ਤਾਂ ਬਾਅਦ ਵਿੱਚ ਰਾਈਟਰ ਉਹ ਪੈਸੇ ਉਹਨੂੰ ਰਿਟਰਨ ਵੀ ਕਰ ਦਿੰਦੇ ਨੇ। ਤਾਂ ਇਸੇ ਤਰ੍ਹਾਂ ਨੈਕਸਟ ਡੇ ਵੀ ਟਰੈਵਲ ਕਰਦੇ ਨੇ ਬੱਸ ਦੇ ਵਿੱਚੋਂ। ਅਚਾਨਕ ਕੀ ਹੁੰਦਾ, ਜਦੋਂ ਨੈਕਸਟ ਡੇ ਬੱਸ ਦੇ ਵਿੱਚ ਟਰੈਵਲ ਕਰਦਾ ਰਾਈਟਰ, ਤਾਂ ਬੱਸ ਕੰਡਕਟਰ ਦਾ ਪੈਰ ਰਾਈਟਰ ਦੇ ਪੈਰ 'ਤੇ ਰੱਖਿਆ ਜਾਂਦਾ, ਔਰ ਬਹੁਤ ਜ਼ਿਆਦਾ ਪੇਨ ਹੁੰਦੀ ਹੈ ਇੱਕਦਮ। ਹੁਣ ਇੱਥੇ ਕੀ ਹੈ, ਰੂਡ ਬਣਨ ਦੀ ਥਾਂ ਰਾਈਟਰ ਦੀ ਕਰਟੇਸੀ ਵੀ ਸਾਹਮਣੇ ਆਉਂਦੀ ਹੈ, ਪਰ ਉਸ ਤੋਂ ਪਹਿਲਾਂ ਉਹ ਬੱਸ ਕੰਡਕਟਰ ਬਹੁਤ ਹੀ ਸਮਾਈਲਿੰਗ ਫੇਸ ਔਰ ਪੂਰੀ ਸਿੰਪਥੀ ਦੇ ਨਾਲ, ਪੂਰੇ ਜਿੱਦਾਂ ਉਹਨੂੰ ਅਫਸੋਸ ਹੋਵੇ ਇੱਦਾਂ ਦੇ ਫੇਸ ਨਾਲ ਉਹਨੂੰ ਕਹਿੰਦਾ, ਉਹ ਸੌਰੀ ਸਰ। ਇੰਨੀ 'ਤੇ ਇਸ ਵਰਡ 'ਤੇ, ਸੌਰੀ 'ਤੇ ਰਾਈਟਰ ਪਿਘਲ ਜਾਂਦਾ, ਔਰ ਆਪਣੀ ਉਹ ਕਰਟੇਸੀ, ਆਪਣੀ ਜੋ ਹੈਲਪ, ਜੋ ਆਪਣੀ ਫੀਲਿੰਗ ਹੈ, ਉਹ ਫਿਊਰੀਅਸ ਨਹੀਂ ਹੁੰਦਾ, ਉਹ ਸ਼ਾਂਤ ਹੋ ਕੇ, ਨੋ ਡਾਊਟ ਉਹਨੂੰ ਪੇਨ ਹੋ ਰਹੀ ਹੁੰਦੀ ਹੈ, ਫਿਰ ਵੀ ਸ਼ਾਂਤ ਹੋ ਕੇ ਬੈਠ ਜਾਂਦਾ ਹੈ। ਦੈਟਸ ਆਲ ਸ਼ੋ ਦਾ character of bus conductor. He is courteous, he is kind. ਕੋਈ ਚੱਕਰ ਨਹੀਂ ਉਸਨੂੰ ਕਿ ਕੀ ਪ੍ਰੋਬਲਮ ਆਈ, ਕੋਈ ਹੱਲਾ ਨਹੀਂ ਕਰਦਾ, ਸ਼ੋਰ ਨਹੀਂ ਕਰਦਾ, ਬਸ ਇਨਵਾਇਰਮੈਂਟ ਨੂੰ ਚਿਲ ਕਰਕੇ ਰੱਖਦਾ। ਔਰ ਬੱਸ ਦੇ ਵਿੱਚ ਅਗਰ ਕੋਈ ਦਿੱਕਤ ਆਉਂਦੀ ਹੈ, ਔਨ ਦਾ ਟਾਈਮ, ਔਨ ਦਾ ਸਪੌਟ ਉਹ ਸੋਲਵ ਕਰ ਲੈਂਦਾ। ਛੋਟੀਆਂ ਛੋਟੀਆਂ ਗੱਲਾਂ ਨੇ ਜਿਹੜੀਆਂ ਹਾਈਲਾਈਟ ਕਰਦੀਆਂ ਨੇ ਕਿ ਕਿੱਦਾਂ ਦਾ ਪਰਸਨ ਹੈ ਉਹ ਆਪਣੇ ਆਪ ਦੇ ਵਿੱਚ। ਤਾਂ ਇੱਦਾਂ ਇਹ ਸੀ ਬੱਸ ਕੰਡਕਟਰ ਦੀ ਸਟੋਰੀ, ਜੋ ਕਿ ਬਿਲਕੁਲ ਹੀ ਆਪੋਜ਼ਿਟ ਹੈ ਲਿਫਟਮੈਨ ਦੇ। ਸੋ ਓਵਰਆਲ ਵੀ ਕੈਨ ਸੇ that the theme of our chapter is related to moral values, especially the values of
civility, courtesy, responsibility also, morality, and the control, especially the self control. कि ठीक है बैड बिहेवियर अगर ਤੁਹਾਨੂੰ ਮਿਲਦਾ ਤਾਂ no need to lose your control, ਸ਼ਾਰਟ ਟੈਂਪਰਡ ਹੋਣ ਦੀ ਨੀਡ ਨਹੀਂ। ਅਗਲਾ ਅਗਰ ਸਾਹਮਣੇ ਉਹ ਬੈਡ ਬਿਹੇਵੀਅਰ ਕਰ ਰਿਹਾ ਤਾਂ ਤੁਹਾਨੂੰ ਆਪਣਾ ਬੈਡ ਉਹ ਜੋ ਫੇਸ ਹੈ ਉਹ ਦਿਖਾਉਣ ਦੀ ਨੀਡ ਨਹੀਂ। ਤੁਹਾਡੀ ਰਿਸਪੌਂਸਿਬਿਲਿਟੀ ਹੈ ਕਿ ਤੁਸੀਂ ਆਪਣੀ ਮੋਰੈਲਿਟੀ ਹਾਈਲਾਈਟ ਕਰੋ, ਆਪਣੀ ਕਰਟਸੀ ਸ਼ੋ ਕਰੋ, ਆਪਣੀ ਸਿਵਿਲਿਟੀ ਨੂੰ ਮੇਨਟੇਨ ਕਰਕੇ ਰੱਖੋ। ਠੀਕ ਹੈ ਜੀ। ਤਾਂ ਓਵਰऑल the writer try to explain the impact of good manners and bad manners ਕਿ ਦੋ ਤਰ੍ਹਾਂ ਦੇ ਮੈਨਰਸ ਹੁੰਦੇ ਨੇ। ਗੁੱਡ ਮੈਨਰਸ ਕੀ ਨੇ, ਐਟਮੋਸਫੀਅਰ ਨੂੰ ਅੱਛਾ ਕਰ ਦਿੰਦੇ ਨੇ ਔਰ ਪ੍ਰੋਬਲਮ ਸੋਲਵਿੰਗ ਦੀ ਤਰਫ ਜਾਂਦੇ ਨੇ ਜੋ ਕਿ ਡਿਮਾਂਡ ਹੈ ਸੋਸਾਇਟੀ ਦੀ। ਐਂਡ ਬੈਡ ਮੈਨਰਸ ਸਪੋਇਲ ਪੋਲਿਊਟ ਦ ਐਟਮੋਸਫੀਅਰ ਅਰਾਊਂਡ। ਉਹ ਕੀ ਹੈ, ਛੋਟੀ ਜਿਹੀ ਗੱਲ ਪਿੱਛੇ ਲੜ ਪੈਣਾ। ਇਹ ਕੋਈ ਅਕਲਮੰਦੀ ਵਾਲੀ ਕਹਾਣੀ ਨਹੀਂ ਹੁੰਦੀ, ਅਕਲਮੰਦੀ ਨਹੀਂ ਹੁੰਦੀ। So overall I hope this chapter is clear to you, that is based on mainly ethics, moral values, and the understanding of right and wrong. Right and wrong ਕੀ ਸਹੀ ਹੈ ਕੀ ਗਲਤ ਹੈ ਇਹ ਤੁਹਾਨੂੰ ਆਪਾਂ ਸਭ ਨੂੰ ਖੁਦ ਪਤਾ ਹੁੰਦਾ, ਬਸ ਆਪਣੇ ਰਿਐਕਸ਼ਨ ਨਹੀਂ ਸਹੀ ਹੁੰਦੇ। ਅਗਰ ਆਪਾਂ ਰਿਐਕਸ਼ਨ ਹੀ ਇੱਦਾਂ ਦੇ ਦੇਵਾਂਗੇ ਜੋ ਐਥਿਕਸ ਦੇ ਖਿਲਾਫ ਨੇ ਤਾਂ ਉਹ ਗਲਤ ਹੈ। ਅਗਰ ਆਪਣੀ ਮੋਰਲ ਵੈਲਿਊ ਆਪਣੀ ਰਿਸਪੌਂਸਿਬਿਲਿਟੀ ਨੂੰ ਸਮਝਦੇ ਹੋਏ ਆਪਣੇ ਰਿਐਕਸ਼ਨ ਅੱਛੇ ਹੋਣਗੇ, ਵੈਲ ਬਿਹੇਵੀਅਰ ਹੋਏਗਾ ਆਪਣਾ, ਤਾਂ ਉਹ ਸਹੀ ਹੈ। ਰਾਈਟ ਔਰ ਰੋਂਗ ਦੀ ਪਹਿਚਾਨ ਹੋਣੀ ਜ਼ਰੂਰੀ ਹੈ, ਮੋਰਲ ਵੈਲਿਊਜ਼ ਆਪਣੇ ਆਪ ਸਾਹਮਣੇ ਆਉਣੀ ਹੈ। ਦੈਟਸ ਆਲ। ਨਾਓ see a worksheet that is very simple. You have to answer some questions like what is the name of the writer of this chapter, a number of time we had discussed in this chapter about the name of writer and about the author also. Discuss briefly about the correct sketch of bus conductor. हाँ जी बेटा, बस कंडक्टर किद्दां दा सी। शॉर्ट लिखना है, कोई लेंथ ही नहीं लिखना, शॉर्ट। Great words can be avoided by the little courtesy or politeness. True or false? These are true, false. You have to choose the right option. And now see the main part. Do as directed. हाँ जी, ये सारा अगर तुसी पैसेज देखो ਤੁਹਾਡੇ ਇਸ ਚੈਪਟਰ ਦਾ ਥੀਮ ਹੈ ਜਿਸ ਨੂੰ ਤੁਸੀਂ ਰਾਈਟ ਵੀ ਕਰਨਾ ਹੈ ਆਪਣੇ ਨੋਟਬੁੱਕ ਦੇ ਉੱਪਰ। ਇਸ ਪੈਸੇਜ ਨੂੰ ਨੋਟ ਕਰਕੇ ਰੱਖਿਓ, ਯਾਦ ਕਰਨਾ ਤੁਸੀਂ ਇਸ ਨੂੰ। ਪਰ ਇਸ ਦੇ ਵਿੱਚ ਕੁਝ ਵਰਡਸ ਮੈਂ ਹਾਈਲਾਈਟ ਕੀਤੇ ਹੈ, ਉਹਨਾਂ ਵਰਡਸ ਦੇ ਮੀਨਿੰਗਸ ਰਾਈਟ ਕਰਨੇ ਹੈ ਤੁਸੀਂ ਅਲੋਂਗ ਵਿਦ ਅ ਪੈਸੇਜ ਜਿਹੜਾ ਕਿ ਤੁਸੀਂ ਡਿਵੈਲਪ ਖੁਦ ਕਰਨਾ ਹੈ। ਵੈਲਿਊ ਆਫ ਗੁੱਡ ਮੈਨਰਸ ਇਨ ਅ ਲਾਈਫ in the light of this chapter। ठीक है जी, बी पार्ट है जो बी पार्ट है ਤਾਂ ਉਸ ਦੇ ਵਿੱਚ ਤੁਸੀਂ ਵੈਲਿਊ ਆਫ ਗੁੱਡ ਮੈਨਰਸ ਚੈਪਟਰ ਦੇ ਵਿੱਚ ਕੀਤਾ ਹੀ ਹੈ ਕਿ ਕੀ ਵੈਲਿਊ ਹੈ ਗੁੱਡ ਮੈਨਰਸ ਦੀ, ਕੀ ਵੈਲਿਊ ਹੈ ਗੁੱਡ ਮੈਨਰਸ ਦੀ ਆਪਣੀ ਡੇਲੀ ਲਾਈਫ ਦੇ ਵਿੱਚ। ਉਹ ਸਭ ਤੁਸੀਂ ਆਪਣੇ ਵਰਡਸ ਦੇ ਵਿੱਚ ਲਿਖੋ, ਕੋਈ ਤੁਹਾਨੂੰ ਲਿਮਿਟ ਨਹੀਂ, ਕੋਈ ਤੁਹਾਨੂੰ ਬੰਦਿਸ਼ ਨਹੀਂ। ਯੂ ਕੈਨ ਰਾਈਟ ਯੋਰ ਓਨ ਵਿਊਜ਼। ਐਂਡ ਦ ਲਾਸਟ ਸੀ ਪਾਰਟ, ਸਪੌਟ ਦੀ ਐਰਰਸ। ਹਾਂਜੀ, ਸੈਂਟੈਂਸਿਸ ਦਿੱਤੇ ਗਏ ਆ ਤੁਹਾਨੂੰ 4, ਤਾਂ ਇਹਨਾਂ ਦੇ ਵਿੱਚ ਤੁਸੀਂ ਜੋ ਮਿਸਟੇਕ ਨਜ਼ਰ ਆਉਂਦੀ ਹੈ ਉਹਨੂੰ ਕਰੈਕਟ ਕਰਕੇ ਸੈਂਟੈਂਸ ਰਿਪੀਟ ਕਰਕੇ ਲਿਖਣਾ। ਦਿਸ ਇਜ਼ ਯੋਰ ਵਰਕਸ਼ੀਟ, ਵੈਰੀ ਈਜ਼ੀ। ਡੂ ਇਟ ਔਨ ਯੋਰ ਨੋਟਬੁੱਕ ਜਿੱਥੇ ਤੁਸੀਂ ਆਲਵੇਜ਼ ਕਰਦੇ ਹੋ ਕੰਮ, ਐਂਡ ਡੂ ਇਟ ਵਿਦ ਨੀਟ ਐਂਡ ਕਲੀਨ ਹੈਂਡ ਰਾਈਟਿੰਗ। ਥੈਂਕ ਯੂ, ਹੈਵ ਅ ਨਾਈਸ ਡੇ, ਗੁੱਡ ਲੱਕ।